ਦੂਜੇ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਸੋ ਕਹੋ ਟਲ ਗੁਰ ਸੇਵੀਐ ਅਹਨਿਸੁ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਧੰਨ ਵਾਹਿਗੁਰੂ ਜੀ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ
किस थैं रोवह रोज, कीता किछु ना खोवई, लिखिया तुर संजोग। वड भागी मेरा प्रभु मिलै, तां उतरहि सब बेयोग। नानक कहो प्रभु राख लेहे, मेरे साहिब बंदी मोच। कतक होवै साध संग, बिन सैं सबे सोच। कतक होवै साध संग, बिन सह सबे सोच। वाहिगुरु जी का खालसा, वाहिगुरु जी की फतेह। परम सत्कार योग गुरु की साजी सवारी साध संगत जियो। आप जी धनता दे पात्र हो, जो धन गुरु ग्रंथ साहिब महाराज सच्चे पातशाह जी दी पावन पवित्र खाजूरी अंदर जुड़ बैठ के गरीब नवाज पातशाह जी दी अमृतमयी बाणी श्री आसा जी दी वार दा आप जी ने कीर्तन श्रवण किया है। साध संगत जियो, अज कतक दे महीने दी संग्रांद है और गुरु साहब जी ने सानू की उपदेश बख्शिश कीता है, केड़ी कृपा साडे ते कीती है। इस पवित्र बचन विच गुरु सवारो इस पवित्र बचन दी विचार आपां ने श्रवण करनी है। तो आओ कुछ कहन तो पहला सारे एक वारी रसना करो पवित्र। गज के आखो जी सतनाम श्री वाहिगुरु साहिब जी। फिर बख्शिश रहमत कृपालता करो ते आखो जी सतनाम श्री वाहिगुरु साहिब जी। सबना जियां का एक दाता, सबना जियां का एक दाता, सबना जियां का एक दाता, सबना जियां का एक दाता। सो मैं विसर न जाई, सबना जियां का एक दाता, सबना जियां का एक दाता। सो मैं विसर न जाई, सबना जियां का एक दाता, सबना जियां का एक दाता।
साध संगत जियो, ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਸਤਿਗੁਰਾਂ ਨੇ ਇਸ ਪਵਿੱਤਰ ਬਚਨ ਵਿੱਚ ਬੜੇ ਪਿਆਰੇ ਬਚਨ ਕਹਿੰਦਿਆਂ ਕਿਰਪਾ ਕੀਤੀ। ਕਹਿਣ ਲੱਗੇ ਜੀਵ ਕਰਮ ਕਰਦਾ ਹੈ ਤੇ ਉਸ ਕੀਤੇ ਹੋਏ ਕਰਮਾਂ ਦੇ ਫਲ ਸਵਰੂਪ ਇਸ ਨੂੰ ਫਲ ਪ੍ਰਾਪਤ ਹੁੰਦਾ ਹੈ। ਵੈਸੇ ਵੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤਮਈ ਬਾਣੀ ਵਿੱਚ ਕਿਰਪਾ ਕੀਤੀ। ਕਹਿਣ ਲੱਗੇ ਇਸ ਧਰਤੀ ਤੇ ਆ ਕੇ ਸਰੀਰ ਲੈ ਕੇ ਜਿਸ ਬੰਦੇ ਨੇ ਜਿਹੋ ਜਿਹਾ ਕਰਮ ਕੀਤਾ ਉਹਨੂੰ ਉਹ ਜਿਹੇ ਫਲ ਦਾ ਭੁਗਤਾਨ ਕਰਨਾ ਪਿਆ। ਕਰਮ ਫਿਲਾਸਫੀ बड़ी डूंगी वैसे ये फिलासफी है। मोटे तौर ते गुरु के सवारो इन्हां कर्मां नूं असी दो हिस्सिਆਂ ਵਿੱਚ ਵੰਡ ਸਕਦੇ ਹਾਂ। ਇੱਕ ਤਾਂ ਕਰਮ ਉਹ ਹੈ ਜੋ ਸੰਚਿਤ ਕਰਮ ਨੇ। ਸੰਚਿਤ ਕਰਮ ਦਾ ਮਤਲਬ ਹੁੰਦਾ ਹੈ ਇਕੱਠੇ ਕੀਤੇ ਹੋਏ ਕਰਮ, ਜਿਹੜੇ ਗੁਰੂ ਕੇ ਸਵਾਰਿਓ ਕਈਆਂ ਜਨਮਾਂ ਦਾ ਜੀਵ ਦਾ ਪਿੱਛਾ ਕਰਦਿਆਂ ਕਰਦਿਆਂ ਜੋ ਜੀਵ ਨੇ ਕਦੀ ਕੀਤੇ ਸਨ ਤੇ ਉਹਦਾ ਪਿੱਛਾ ਕਰਦਿਆਂ ਕਰਦਿਆਂ ਸੰਸਕਾਰਾਂ ਦੇ ਰੂਪ ਵਿੱਚ ਅੱਗੇ ਇਹਦੇ ਨਾਲ ਆਉਂਦੇ ਗਏ ਤੇ ਉਹਦਾ ਫਲ ਵੀ ਇਸ ਨੂੰ ਭੁਗਤਣਾ ਪਿਆ। ਉਹਨੂੰ ਕਹਿੰਦੇ ਨੇ ਸੰਚਿਤ ਕਰਮ। ਔਰ ਗੁਰੂ ਕੇ ਸਵਾਰਿਓ ਦੂਸਰੇ ਨੇ ਜਿਹੜਾ ਇਸ ਸੰਸਾਰ ਤੇ ਸਰੀਰ ਲੈ ਕੇ ਹੁਣ ਕਰਮ ਕੀਤੇ, ਇੱਕ ਉਹ ਕਰਮ ਨੇ। ਔਰ ਚੇਤੇ ਰੱਖਣਾ ਜਿਹੜੇ ਅੱਜ ਇਹ ਕਰਮ ਕਰਦੇ ਹਾਂ ਇਹਨਾਂ ਨੇ ਵੀ ਕਦੀ ਇਕੱਠੇ ਹੁੰਦਿਆਂ ਹੁੰਦਿਆਂ ਇੱਕ ਦਿਨ ਬੜੀ ਵੱਡੀ ਤਾਦਾਦ ਦਾ ਰੂਪ ਧਾਰਨ ਕਰ ਲੈਣਾ। ਸਾਹਿਬ ਨੇ ਬਚਨ ਕੀਤੇ, ਕਹਿ ਲੱਗੇ ਚੇਤੇ ਰੱਖੀ ਇਸ ਜੀਵਨ ਅੰਦਰ ਤੂੰ ਜੋ ਬੀਜੇਂਗਾ ਇਹ ਪੱਕੀ ਗੱਲ ਹੈ, ਜਿਹੜਾ ਕੋਈ ਬੀਜਦਾ ਹੈ ਉਹਨੂੰ ਉਹ ਹੀ ਵੱਢਣਾ ਪੈਂਦਾ ਹੈ। ਇਹ ਕਦੀ ਨਹੀਂ ਹੁੰਦਾ ਕੋਈ ਬੀਜੇ ਕਿਸਾਨ ਹੋਰ ਚੀਜ਼ ਤੇ ਵੱਢੇ ਕੋਈ ਹੋਰ ਚੀਜ਼। ਕਹਿਣ ਤੋਂ ਭਾਵ ਕਿਸਾਨ ਬੀਜੇ ਤਾਂ ਛੋਲਿਆਂ ਦੀ ਫਸਲ ਤੇ ਵੱਢਣ ਵੇਲੇ ਆਸ ਰੱਖੇ ਮੈਨੂੰ ਕਣਕ ਪ੍ਰਾਪਤ ਹੋ ਜਾਏ, ਭਲਾ ਇਹ ਕਿਵੇਂ ਹੋ ਸਕਦਾ। ਸਾਹਿਬ ਨੇ ਬੜੇ ਪਿਆਰੇ ਬਚਨ ਗੁਰੂ ਕੇ ਸਵਾਰਿਓ ਆਪਣੀ ਪਵਿੱਤਰ ਬਾਣੀ ਦੇ ਅੰਦਰ ਕਹੇ ਨੇ। ਸਾਹਿਬ ਕਹਿੰਦੇ ਨੇ ਤੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ, ਤੂੰ ਇਹਦੇ ਤੋਂ ਛੁੱਟ ਨਹੀਂ ਸਕਦਾ। ਇੱਕ ਮੈਂ ਬੇਨਤੀ ਹੋਰ ਕਰਦਿਆਂ, ਕਈ ਵਾਰੀ ਤੌਖਲਾ ਮਨ ਵਿੱਚ ਇਹ ਜਨਮ ਲੈ ਲੈਂਦਾ ਵੀ ਜੇ ਬਿੰਦੇ ਨੂੰ ਕੀਤੇ ਹੋਏ ਕਰਮਾਂ ਦਾ ਫਲ ਮਿਲਣਾ ਹੀ ਹੈ ਤੇ ਫਿਰ ਭਲਾ ਬਾਣੀ ਪੜ੍ਹਨ ਦਾ, ਗੁਰੂ ਘਰ ਆਉਣ ਦਾ ਜਾਂ ਸੇਵਾ ਕਰਨ ਦਾ ਭਲਾ ਕੀ ਅਰਥ ਨਿਕਲਿਆ। ਚੇਤੇ ਰੱਖਣਾ ਸਾਧ ਸੰਗਤ, ਅਕਸਰ ਜਦੋਂ ਬੰਦਾ ਕਿਸੇ ਦੁੱਖ ਦਾ ਸ਼ਿਕਾਰ ਹੁੰਦਾ ਹੈ ਤੇ ਉਹਨੂੰ ਕੋਈ ਗੱਲ ਸਮਝਾਏ, ਭਲਿਆ ਤੇਰੇ ਦੁੱਖ ਦਾ ਕਾਰਨ ਕੋਈ ਤੇਰੇ ਤੋਂ ਬਿਨਾਂ ਦੂਜਾ ਨਹੀਂ, ਇਹ ਤੇਰੇ ਕਰਮਾਂ ਦਾ ਹੀ ਫਲ ਹੈ। ਤੇ ਉਹ ਫਿਰ ਯਕਦਮ ਇਹ ਜਵਾਬ ਦਿੰਦਾ ਹੈ, ਜੇ ਮੇਰੇ ਹੀ ਕਰਮ ਨੇ, ਮੈਂ ਇੰਨਾ ਪਾਠ ਕੀਤਾ ਹੈ, ਮੈਂ ਇੰਨੀ ਪੂਜਾ ਕੀਤੀ ਹੈ, ਮੈਂ ਇੰਨਾ ਜਪ ਤਪ ਕੀਤਾ ਹੈ, ਫਿਰ ਮੇਰਾ ਦੁੱਖ ਨਿਵਰਤ ਕਿਉਂ ਨਹੀਂ ਹੋਇਆ। ਭਲਾ ਉਹ ਕੀਤਾ ਹੋਇਆ ਜਪ ਤਪ ਕਿੱਥੇ ਚਲਾ ਗਿਆ। ਧਿਆਨ ਦੇਣਾ ਸਾਧ ਸੰਗਤ,
हजूर ने आख्या नहीं, ये भी सच है। कह लगे गुरु घर आउना शरदा रखी, इत्थे माड़े कर्म कट्टे जांदे खन, गुरु की दृष्टि दा तू पात्र हो गया। ते एक गल चेते रखी, इत्थे कीते कोई कर्म भावें संचत होण, भावें हुण मौजूदा कीते होण, कह लगे उन्हां नूं खत्म हुंदियां देर नहीं लगदी। ये भी अटल सच्चाई है। साहब का एक पवित्र बचन आपां पढ़दे हां, हजूर ने कृपा कीती, कह लगे बंदा लखां मण लकड़ इकट्ठी करे, ते लखां मण लकड़ इकट्ठी करदियां उन्हें बड़ी मेहनत की। बड़ी मेहनत करके लकड़ां दा बहुत भारी ढेर ला लिया, ते कह लगे जदों किधरे अग लगी ते एक डब्बी दी सीक ने वो वड्डा सारा लकड़ां दा ढेर मचा के राख कर दिता। साहब ने बचन कीते, कहन लगे सजना जिन्ना चिर ढेर इकट्ठा करन लगिया लगा है, उन्ना समा इस ढेर नूं सड़न लगिया नहीं लगा। जिन्ना इकट्ठा कर लगिया वक्त लग गया, उन्ना गुरु के सवारों सड़न लगिया वक्त नहीं लगा। साहब ने यही उदाहरण दिती, कह लगे भावें जिन्ने मर्जी तू कर्म कीते खोण, ये सच है इन्हां कर्मां दा फल ते मिलना है, पर जे गुरु घर आया तो ये कीते कोई कर्म भी सड़ के सवाह हो जाणगे। फिर इन्हां दे माड़े कर्मां दे फल तो बच भी जाएगा। उथे बचन कीता साहब जी ने, कह लगे लख मड़िया कर इकट्ठे, लखां मण कहंदे लकड़ इकट्ठी की थी, लख मड़िया कर इकट्ठे एक रत्ती ले पाए। कह लगे एक रत्ती भर अग लग दी लोड़ पई, ते एक रत्ती भर अग ने बड़े वड्डे लकड़ां दे ढेर नूं साड़ के सुवाह कर दिता। इसी तरह साहब कहंदे ने खिनपल नाम हृदय वस है। जे इसे तरह एक खिन मात्र भी तेरे अंदर परमेश्वर दा बख्शिया नाम वस गया, कह लगे नानक मिलन सुभाए, तेरे जीवन दी कल्याण हो जाएगी। तेरे जीवन दे माड़े कर्म सड़ के स्वाह हो जाएंगे। तू ये ना समझी मेरे जप तप दा भला कोई अर्थ नहीं। साहब ने आखिया जे आएगा भला तां होवेगा, बाणी पढ़ेगा भला तां होवेगा, सिमरन करेगा भला तां होवेगा, सेवा करेगा भला तां होवेगा। ते चेते रखी जे ना कीता ते फिर इस दा भुगतान तां तेनू करना ही पैना है। आपां देखते हैं जिहड़े आस्था वाले शरधा वाले शरीर हुंदे ने, उन्हां नूं कोई जदों गुरु के सवारे दुख आ जाए ते गुरु प्यार विच भिजे होए शरीरां नूं पुछिए तुहानूं दुख आया, वो कहणगे नहीं बड़ी मालिक ने कृपा की थी, सूली तो सूई बना देते। बड़ा वड्डा इदू दुख आ सकदा सी। सोचण दा तरीका है गुरु के सवारे आपो अपना। इसे गल नूं कोई तर्क वितर्क वाला शरधाहीन हिरदा जदों इस गल नूं करे कहेगा, ओदी व्याख्या करेगा ते ओदी व्याख्या होर हो जाएगी। की मिलिया जी बड़ा चिर होया जांदियां, की मिलिया जी बाणी पढ़दियां। पर गुरु के सवारे शरधा वाला कहंदा है मेरे ते पहाड़ दुखां दा डिगण वाला सी, मेरे गुरु ने किन्नी कृपा की थी। मैं रोज गुरु घर जांदा सां, मैं रोज बाणी पढ़दा सां, मैं रोज सेवा करदा सां, ते मेरे गुरु ने रहमत करके दुखां दे पहाड़ तो मैनू बचांदियां खोया एक पत्थर दे विच एक निक्के जे दुख दे नाल ही दुखां दे पहाड़ नूं निवृत्त कर दिता। देखो गुरु के सवारियो
ਸਾਹਿਬ ਕਹਿ ਲਗੇ ਇਸ ਕਰਕੇ ਗੁਰੂ ਚਰਨਾਂ ਵਿੱਚ ਨਾਮ ਜਪਣ ਦਾ, ਸਿਮਰਨ ਕਰਨ ਦਾ ਤੇ ਬਾਣੀ ਪੜ੍ਹਨ ਦਾ ਇਹ ਲਾਭ ਹੈ। ਬੇਨਤੀ ਕਰ ਰਿਹਾ ਸਾਂ, ਸਾਹਿਬ ਕਹਿ ਲਗੇ ਕਰਮ ਇੱਥੇ ਹੀ ਆ ਕੇ ਮਾੜੇ ਜਿਹੜੇ ਨੇ ਖਤਮ ਹੋਣੇ ਨੇ। ਤੇ ਇੱਕ ਮੈਂ ਬੇਨਤੀ ਕਰਾਂ, ਸੇਵਾ ਤੇ ਸਿਮਰਨ ਵਾਲਾ ਕਰਮ ਜਿਹੜੀ ਆਪਾਂ ਕਰਦੇ ਹਾਂ ਇਹ ਵੀ ਤਾਂ ਇੱਕ ਕਰਮ ਹੈ, ਸ਼ੁੱਧ ਕਰਮ, ਨਿਰਮਲ ਕਰਮ। ਇਹਨੂੰ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਕਹਿ ਕੇ ਹਰ ਕੋ ਨਾਮ ਜਪ ਨਿਰਮਲ ਕਰਮ। ਜੇ ਤੂੰ ਕਰਮਾਂ ਦਾ ਸ਼ਿਕਾਰ ਹੋਇਆ ਫਿਰ ਤੂੰ ਹਰੀ ਦਾ ਨਾਮ ਜਪਣ ਵਾਲਾ ਨਿਰਮਲ ਕਰਮ ਕਿਉਂ ਨਹੀਂ ਕਰ ਲੈਂਦਾ? ਜੇ ਨਿਰਮਲ ਕਰਮ ਨਾਮ ਜਪਣ ਵਾਲਾ ਕਰ ਲਿਆ ਤੇ ਸਿਆਣੇ ਕਹਿੰਦੇ ਨੇ ਕਿਸੇ ਲਕੀਰ ਨੂੰ ਛੋਟਾ ਕਰਨਾ ਹੋਵੇ ਤੇ ਉਸ ਲਕੀਰ ਦੇ ਸਾਹਮਣੇ ਵੱਡੀ ਲਕੀਰ ਵਾਹ ਦੇਣੀ ਚਾਹੀਦੀ। ਅਰ ਧਿਆਨ ਨਾਲ ਸ਼ਰਵਣ ਕਰਨੀ, ਜੇ ਕਿਸੇ ਲਕੀਰ ਨੂੰ ਵੱਡਾ ਛੋਟਾ ਕਰਨਾ ਹੈ ਤਾਂ ਗੁਰੂ ਕੇ ਸਵਾਰ ਉਹਦੇ ਸਾਹਮਣੇ ਵੱਡੀ ਲਕੀਰ ਨੂੰ ਵਾਹ ਦੇਣਾ ਚਾਹੀਦਾ ਹੈ। ਤੇ ਸਾਹਿਬ ਕਹਿ ਲਗੇ ਜੇ ਤੂੰ ਮਾੜੇ ਕਰਮਾਂ ਦਾ ਸ਼ਿਕਾਰ ਹੈ ਤੇ ਗੁਰੂ ਘਰ ਆਈ, ਨਾਮ ਜਪੀ, ਸੇਵਾ ਕਰੀ ਤੇ ਤੂੰ ਸੇਵਾ ਸਿਮਰਨ ਤੇ ਜਪ ਤਪ ਦੀ ਏਡੀ ਵੱਡੀ ਲਕੀਰ ਵਾਹ ਦੇ ਕਿ ਮਾੜੇ ਕਰਮਾਂ ਦੀ ਲਕੀਰ ਉਹਦੇ ਅੱਗੇ ਕੋਈ ਕੀਮਤ ਨਾ ਰੱਖੇ। ਸਾਧ ਸੰਗਤ, ਇਸ ਕਰਕੇ ਮੇਰੇ ਗਰੀਬ ਨਵਾਜ਼ ਆਤਸ਼ਾਹ ਜੀ ਨੇ ਇਹ ਕਿਰਪਾ ਕੀਤੀ, ਬਖਸ਼ਿਸ਼ ਕੀਤੇ। ਅੱਜ ਦੇ ਬਚਨ ਵਿੱਚ ਸਾਹਿਬ ਜੀ ਕੱਤਕ ਦੇ ਮਹੀਨੇ ਰਾਹੀਂ ਇਹ ਕਿਰਪਾ ਕਰਦੇ। ਹਜ਼ੂਰ ਦਾ ਬਚਨ ਹੈ, ਕਹਿੰਦੇ ਕੱਤਕ ਕਰਮ ਕਮਾਵਣੇ। ਕੱਤਕ ਮਹੀਨਾ ਹੈ। ਹਜ਼ੂਰ ਕਹਿੰਦੇ ਇਸ ਮਹੀਨੇ ਰਾਹੀਂ ਜਿਸ ਬੰਦੇ ਨੇ ਜਿਹੜੇ ਵੀ ਕਰਮ ਕੀਤੇ, ਕੇਵਲ ਇਸ ਮਹੀਨੇ ਦੀ ਗੱਲ ਨਹੀਂ, ਜਿਸ ਵੇਲੇ ਵੀ ਕਿਸੇ ਨੇ ਕਰਮ ਕਰ ਲੈ, ਮਾੜਾ ਕਰ ਲਿਆ, ਚੰਗਾ ਕਰ ਲਿਆ, ਗਰੀਬ ਨਵਾਜ਼ ਕਹਿੰਦੇ ਨੇ ਕੱਤਕ ਕਰਮ ਕਮਾਵਣੇ। ਇਹ ਕਰਮ ਕੀਤੇ ਤੇ ਫਿਰ ਉਸ ਦਾ ਜਦੋਂ ਭੁਗਤਾਨ ਕਰਨਾ ਪਿਆ, ਸਾਹਿਬ ਕਹਿੰਦੇ ਦੋਸ਼ ਨਾ ਕਾਹੂ ਜੋਗ। ਫਿਰ ਕੀਤੇ ਹੋਏ ਕਰਮਾਂ ਦਾ ਦੋਸ਼ ਕਿਹਨੂੰ ਦੇਣਾ? ਅਕਸਰ ਬੰਦਾ ਜਦੋਂ ਦੁਖੀ ਹੁੰਦਾ ਹੈ ਤੇ ਬੰਦੇ ਦਾ ਗੁਰੂ ਕੇ ਸਵਾਰੋ ਇੱਕ ਸੁਭਾਅ ਹੈ, ਉਹ ਕੀ? ਜਦੋਂ ਤੇ ਸੁਖੀ ਹੋਵੇ ਤੇ ਉਸ ਸੁਖ ਦਾ ਕਾਰਨ ਇਹ ਆਪਣੇ ਆਪ ਨੂੰ ਸਮਝਦਾ, ਆਪਣੀ ਅਕਲ ਨੂੰ ਸਮਝਦਾ, ਆਪਣੀ ਤਿਜੌਰੀ ਵਿੱਚ ਪਏ ਹੋਏ ਧਨ ਨੂੰ ਜਾਣਦਾ ਹੈ। ਤੇ ਜੇ ਕਿਧਰੇ ਦੁੱਖ ਆ ਜਾਏ ਤੇ ਇਹ ਚੇਤੇ ਰੱਖਣਾ, ਦੁੱਖ ਦਾ ਦੋਸ਼ੀ ਆਪਣੇ ਆਪ ਨੂੰ ਨਹੀਂ ਠਹਿਰਾਂਦਾ। ਦੁੱਖ ਦਾ ਦੋਸ਼ੀ ਜਿਹੜਾ ਗੁਰੂ ਕੇ ਸਵਾਰਿਓ, ਉਹ ਦੂਸਰੇ ਨੂੰ ਠਹਿਰਾਣਾ ਸ਼ੁਰੂ ਕਰ ਦਿੰਦਾ, ਉਹਦੇ ਕਰਕੇ ਹੋਏ। ਮੈਂ ਦੁਖੀ ਦੂਸਰੇ ਕਰਕੇ ਹੋ ਸਕਦਾ, ਲੱਗਦਾ ਮੈਨੂੰ ਗੁਆਂਢੀਆਂ ਨੇ ਕੁਝ ਕਰ ਦਿੱਤਾ ਹੈ, ਕੁਝ ਖਵਾ ਦਿੱਤਾ ਹੈ, ਕੁਝ ਮੇਰੇ ਤੇ ਇਹੋ ਜਿਹਾ ਚੱਕਰ ਚਲਾ ਦਿੱਤਾ, ਮੈਂ ਤਾਂ ਦੁਖੀ ਹਾਂ। ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਐ ਭੋਲਿਆ ਚੇਤੇ ਰੱਖੀ, ਤੂੰ ਕਿਸੇ ਨੂੰ ਦੋਸ਼ੀ ਨਾ ਠਹਿਰਾ, ਆਪਣੇ ਆਪ ਵੱਲ ਝਾਤ ਮਾਰ। ਉਹਨਾਂ ਨੇ ਬਚਨ ਕੀਤੇ, ਕਹਿਣ ਲੱਗੇ ਦੱਦਾ ਦੋਸ਼ ਨਾ ਦੇਉ ਕਿਸ ਹੈ, ਦੋਸ਼ ਕਰਮ ਆਪਣੇ। ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਇਹ ਤੇ ਆਪਣੇ ਕਰਮਾਂ ਦੀ ਗੱਲ। ਕਹਿਣ ਲੱਗੇ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ। ਸਾਹਿਬ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਇੱਥੇ ਕਰਮ ਹੀ ਦੋਸ਼ੀ ਸਨ ਜੋ ਕੀਤੇ, ਜੋ ਕਹਿਣ ਲੱਗੇ ਮੈਂ ਕੀਤੇ ਉਹ ਮੈਨੂੰ ਫਲ ਪ੍ਰਾਪਤ ਹੋ ਗਿਆ। ਤੇ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਦੋਸ਼ੀ ਕਿਸੇ ਨੂੰ ਠਹਿਰਾਨਾ ਹੈ, ਇਹ ਵੀ ਗੱਲ ਠੀਕ ਨਹੀਂ।
ਉੱਥੇ ਬਚਨ ਕੀਤਾ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕਾਹਦੇ ਲਈ ਦੋਸ਼ ਦੇਣਾ? ਇੱਕ ਅਗਲਾ ਬਚਨ ਕਹਿੰਦੇ ਹਨ, ਕਹਿ ਲਗੇ ਸਭ ਤੋਂ ਵੱਡਾ ਜੇ ਮਾੜਾ ਕਰਮ ਤੂੰ ਕੀਤਾ, ਕਹਿੰਦੇ ਮੈਂ ਤੈਨੂੰ ਦੱਸ ਨਾ ਲੈ ਕਿਹੜਾ। ਜਵਾਬ ਦਿੱਤਾ, ਕਹਿਣ ਲੱਗੇ ਰੱਬ ਨੂੰ ਭੁਲਾਣਾ ਸਭ ਤੋਂ ਮਾੜਾ ਕਰਮ ਹੈ। ਸਿਮਰਨ ਨਾ ਕਰਨਾ, ਜਿਸ ਰੱਬ ਨੇ ਸਭ ਕੁਝ ਦਿੱਤਾ, ਝੋਲੀ ਵਿੱਚ ਪਾਇਆ, ਰਹਿਣ ਲਈ ਮਕਾਨ ਦਿੱਤਾ, ਹੰਡਾਉਣ ਲਈ ਵਸਤਰ ਦਿੱਤੇ, ਖਾਣ ਲਈ 36 ਪ੍ਰਕਾਰ ਦੇ ਭੋਜਨ ਦਿੱਤੇ, ਬੜੇ ਮੌਜ ਮੇਲੇ ਤੂੰ ਸੰਸਾਰ ਤੇ ਮਾਣਦਾ ਹੈ, ਪਰ ਕਦੀ ਇਹ ਵੀ ਧਿਆਨ ਕੀਤਾ ਕਿ ਉਹਦੇ ਲਈ ਟਾਈਮ ਕਿੰਨਾ ਕੱਢਿਆ, ਉਹਦਾ ਸਿਮਰਨ ਕੀਤਾ ਕਿ ਨਹੀਂ। ਤੇ ਚੇਤੇ ਰੱਖਿਓ, ਭਲਾ ਏਦੂ ਮਾੜਾ ਕਰਮ ਕੀ ਹੋ ਸਕਦਾ ਹੈ, ਤੇ ਨਾਮ ਜਪਣ ਵਰਗਾ ਹੋਰ ਕਰਮ, ਚੰਗਾ ਕਰਮ ਕੀ ਹੋ ਸਕਦਾ। ਗੁਰੂ ਸਾਹਿਬ ਨੇ ਬਚਨ ਕੀਤੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ। ਸ੍ਰੇਸ਼ਟ ਕਰਮਾਂ ਦਾ ਕਰਮ ਹੈ। ਤੇ ਸਾਹਿਬ ਨੇ ਬਚਨ ਕੀਤਾ, ਕਹਿ ਲਗੇ ਜੇ ਤੂੰ ਇਹ ਨਹੀਂ ਕੀਤਾ, ਫਿਰ ਏਦੂ ਭਲਾ ਮਾੜਾ ਕਰਮ ਹੋਰ ਕਿਹੜਾ ਹੋਇਆ। ਮੈਂ ਕੁਝ ਨਹੀਂ ਜੀ ਕਰਦਾ, ਕਿਸੇ ਦਾ ਦਿਲ ਨਹੀਂ ਦੁਖਾਂਦਾ, ਮੈਂ ਕਿਸੇ ਦੀ ਮਾਇਆ ਨਹੀਂ ਮਾਰਦਾ, ਪਰ ਇਹ ਸਾਚੇ ਕਹਿ ਲਗੇ ਤੂੰ ਸਿਮਰਨ ਨਹੀਂ ਕਰਦਾ, ਕਦੀ ਗੁਰੂ ਚਰਨਾਂ ਨਾਲ ਨਹੀਂ ਜੁੜਿਆ, ਤੇ ਭਲਾ ਇਹ ਸਾਰੇ ਕਾਸੇ ਦਾ ਫਿਰ ਹੁਣ ਅਰਥ ਕੀ ਬਣਿਆ। ਔਰ ਗੁਰੂ ਕੇ ਸਵਾਰੋ ਸਾਹਿਬ ਕਹਿੰਦੇ ਇਸ ਕਰਕੇ ਉਹਨੂੰ ਯਾਦ ਰੱਖਣਾ। ਬਚਨ ਕੀਤਾ ਪਰਮੇਸ਼ਰ ਤੇ ਭੁੱਲਿਆ, ਜੇ ਪਰਮੇਸ਼ਵਰ ਭੁੱਲ ਗਿਆ, ਫਿਰ ਇੱਕ ਐਸਾ ਬੀਜ ਬੀਜਿਆ ਗਿਆ ਪਰਮੇਸ਼ਰ ਭੁੱਲਣ ਦਾ, ਵਿਆਪਣ ਸਭੇ ਰੋਗ। ਤੇ ਉਸ ਪਰਮੇਸ਼ਵਰ ਨੂੰ ਭੁੱਲਣ ਦਾ ਨਤੀਜਾ ਇਹ ਨਿਕਲਿਆ, ਕਹਿ ਲੱਗੇ ਸਾਰੇ ਰੋਗ ਬੰਦੇ ਨੂੰ ਵਿਆਪ ਗਏ, ਸਾਰੇ ਰੋਗਾਂ ਦਾ ਸ਼ਿਕਾਰ ਹੋ ਗਿਆ। ਇਹ ਕਾਰਨ ਤਾਂ ਸਿਰਫ ਕੇਵਲ ਇੱਕ ਸੀ, ਵੀ ਰੱਬ ਭੁੱਲ ਗਿਆ। ਜੇ ਰੱਬ ਚੇਤੇ ਰਹਿੰਦਾ ਤਾਂ ਦੁੱਖ ਭਲਾ ਕਿਵੇਂ ਨੇੜੇ ਆਉਂਦਾ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਹਜ਼ੂਰ ਕਹਿ ਲਗੇ ਸਾਰੇ ਰੋਗ ਵਿਆਪ ਗਏ। ਅਗਲਾ ਬਚਨ, ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਹਜ਼ੂਰ ਕਹਿੰਦੇ ਬੇਮੁਖ ਹੋਏ ਰਾਮ ਤੇ, ਪਰਮੇਸ਼ਵਰ ਤੋਂ ਬੇਮੁਖ ਹੋ ਗਏ, ਰੱਬ ਤੋਂ ਦੂਰ ਹੋ ਗਏ। ਲੱਗਣ ਜਨਮ ਵਿਜੋਗ, ਜਨਮਾਂ ਜਨਮਾਂਤਰਾਂ ਦੇ ਵਿਜੋਗ ਜਿਹੜੇ ਨੇ, ਬੰਦਾ ਉਹਨਾਂ ਵਿਜੋਗਾਂ ਦਾ ਸ਼ਿਕਾਰ ਹੋ ਗਿਆ ਜਦੋਂ ਰੱਬ ਤੋਂ ਬੇਮੁਖ ਹੋਇਆ। ਏਦੂ ਵੱਡਾ ਹੋਰ ਗੁਰੂ ਕੇ ਸਵਾਰਿਓ ਭਲਾ ਕੀ ਗੱਲ ਹੋ ਸਕਦੀ ਸੀ ਜਿਹੜੀ ਬੰਦੇ ਨੇ ਆਪਣੇ ਜੀਵਨ ਵਿੱਚ ਕਰ ਲਈ। ਬੇਮੁਖ ਹੋਏ ਰਾਮ ਤੇ, ਰੱਬ ਤੋਂ ਬੇਮੁਖ ਹੋ ਗਏ। ਲੱਗਣ ਜਨਮ ਵਿਜੋਗ, ਜਨਮਾਂ ਜਨਮਾਂਤਰਾਂ ਦੇ ਵਿਜੋਗ ਵਿਛੋੜੇ ਪੈ ਗਏ। ਇਸ ਕਰਕੇ ਅਰਦਾਸ ਕਰਿਆ ਕਰੋ ਗੁਰੂ ਪਰਮੇਸ਼ਵਰ ਅੱਗੇ, ਤੇ ਇਹ ਆਪਾਂ ਸਾਰੇ ਆਖਿਆ ਕਰੀਏ, ਦਾਤਾ ਜੀ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ
ਸਾਹਿਬ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਰੱਬ ਤੋਂ ਭੁੱਲ ਗਏ, ਵਿਜੋਗ ਵਿਛੋੜੇ ਪੈ ਗਏ। ਇਸ ਕਰਕੇ ਸਾਹਿਬ ਕਹਿੰਦੇ ਅਰਦਾਸ ਕਰਿਆ ਕਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਇਹ ਬੇਨਤੀ ਕਰਿਆ ਕਰੋ, ਐ ਪ੍ਰਭੂ ਜੀ, ਐ ਵਾਹਿਗੁਰੂ ਜੀ ਕਿਰਪਾ ਕਰੋ ਮੇਰੀ ਝੋਲੀ ਵਿੱਚ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇਰੇ ਦਰ ਦੇ ਭਿਖਾਰੀ ਹਾਂ ਤੇ ਕਿਰਪਾ ਕਰੋ, ਦਾਨ ਦੇਹੋ ਮੰਗਤ ਜਨ ਕੋ। ਇਸ ਮੰਗਤੇ ਦੀ ਝੋਲੀ ਵਿੱਚ ਆਪਣਾ ਨਾਮ ਪਾਵੋ। ਸਦਾ ਰਹੂੰ ਰੰਗ ਰਾਤਾ, ਮੈਂ ਸਦਾ ਤੇਰੇ ਰੰਗ ਵਿੱਚ ਰੰਗਿਆ ਰਹਾ। ਤੇ ਜਿਹੜਾ ਜਿਹਨੂੰ ਇਹ ਅਹਿਸਾਸ ਹੈ ਨਾ, ਉਹ ਕਹਿੰਦਾ ਐ ਪ੍ਰਭੂ ਜਨ ਕੋ ਪ੍ਰਭ ਸੰਗੇ ਅਸਨੇਹੋ। ਐ ਪ੍ਰਭੂ ਤੇਰੇ ਜਨ ਨੂੰ ਤੇਰੇ ਨਾਲ ਸਨੇਹ ਹੈ, ਤੇਰੇ ਨਾਲ ਪਿਆਰ ਹੈ, ਇਹ ਠੀਕ ਹੈ। ਮਾਣ ਮੰਗੂ ਤਾਨ ਮੰਗੂ, ਤਨ ਲక్ష్ਮੀ ਸੁਤ ਦੇਹੋ। ਮਾਣ ਮੰਗਦਾ, ਤਾਨ ਮੰਗਦਾ, ਧਨ ਲక్ష్ਮੀ ਪਦਾਰਥ ਸਭ ਕੁਝ ਚਾਹੀਦਾ, ਪਰ ਇਸ ਦੀ ਇਹ ਵੀ ਚਾਹੀਦਾ ਤੇ ਨਾਲ ਨਾਮ ਤੋਂ ਬਿਨਾਂ ਨਹੀਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਬੇਮੁਖ ਨਾ ਹੋਈ ਕਦੀ, ਗੁਰੂ ਦਾ ਪੱਲਾ ਪਾ ਕੇ ਜਿੱਥੇ ਹੋਰ ਮੰਗਦਾ ਉੱਥੇ ਆ ਵੀ ਗੁਰੂ ਦੀ ਗੱਲ ਸੁਣੀ। ਮੰਗ ਨਾ ਮੰਗਣ ਨੀਕਾ, ਹਰੀ ਜਸ ਗੁਰ ਤੇ ਮੰਗਣਾ। ਹਰੀ ਦਾ ਜਸ ਗੁਰੂ ਤੋਂ ਮੰਗ ਲੈਣਾ, ਹਰੀ ਦਾ ਨਾਮ ਜਪਣਾ ਗੁਰੂ ਤੋਂ ਮੰਗ ਲੈਣਾ, ਅੰਮ੍ਰਿਤ ਵੇਲਾ ਗੁਰੂ ਤੋਂ ਮੰਗ ਲੈਣਾ, ਸਿਮਰਨ ਭਜਨ ਗੁਰੂ ਤੋਂ ਮੰਗ ਲੈਣਾ, ਬਾਣੀ ਦਾ ਅਭਿਆਸ ਗੁਰੂ ਤੋਂ ਮੰਗ ਲੈਣਾ। ਬਾਣੀ ਨਹੀਂ ਆਉਂਦੀ ਤੇ ਬਾਣੀ ਸਿੱਖਣ ਦੀ ਬੇਨਤੀ ਗੁਰੂ ਅੱਗੇ ਕਰ ਦੇਣੀ ਸਭ ਤੋਂ ਵੱਡੀ ਦਾਤ ਹੈ। ਹਜ਼ੂਰ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਨਮਾਂ ਜਨਮਾਂਤਰਾਂ ਦੇ ਵਿਜੋਗ ਵਿਛੋੜੇ ਪੈ ਗਏ, ਦੁੱਖ ਲੱਗ ਗਏ, ਬਿਪਤਾਵਾਂ ਪੈ ਗਈਆਂ, ਮੁਸ਼ਕਲਾਂ ਦੇ ਪਹਾੜ ਜੀਵਨ ਤੇ ਡਿੱਗ ਪਏ। ਸਾਹਿਬ ਕਹਿੰਦੇ ਕੀ ਅਰਥ ਭਲਾ, ਜੇ ਬੰਦਾ ਦੁਖੀ ਹੋਵੇ ਤੇ ਦੁਖੀ ਬੰਦੇ ਅੱਗੇ ਸਰੀਰ ਅਰੋਗ ਨਾ ਹੋਵੇ, ਰੋਗੀ ਹੋਵੇ, 36 ਪ੍ਰਕਾਰ ਦੇ ਭੋਜਨ ਉਹਦੇ ਅੱਗੇ ਰੱਖ ਦਿਓ, ਭਲਾ ਉਹਨੂੰ ਸਵਾਦਿਸ਼ਟ ਲੱਗਣਗੇ? ਬੰਦੇ ਦਾ ਸਰੀਰ ਦਰਦਾਂ ਨਾਲ ਲਵਰੇਜ਼ ਹੋਵੇ, ਬੜੀ ਭਿਆਨਕ ਬਿਮਾਰੀ ਦਾ ਸਰੀਰ ਗ੍ਰਸਤ ਹੋਵੇ ਤੇ ਉਹਨੂੰ ਗੁਰੂ ਕੇ ਸਵਾਰਿਓ ਬੜੇ ਕੀਮਤੀ ਬਸਤਰ ਲਿਆ ਕੇ ਆਖੀਏ ਬਈ ਪਹਿਚਾਣ, ਤੈਨੂੰ ਕਿਹੜਾ ਵਧੀਆ ਲੱਗਦਾ ਉਹ ਪਹਿਨ ਲੈ, ਤੇ ਉਹਦੇ ਲਈ ਭਲਾ ਉਹ ਵਧੀਆ ਕੀਮਤੀ ਵਸਤਰ ਕੀ ਕੀਮਤ ਰੱਖਦੇ ਹਨ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਦੁੱਖਾਂ ਤੋਂ ਨਿਜਾਤ ਪਾਉਣ ਲਈ ਇੱਕੋ ਹੀ ਤਰੀਕਾ ਹੈ ਵੀ ਤੂੰ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦਾ ਸਿਮਰਨ ਕਰਿਆ ਕਰ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਮਨ ਕਰਕੇ ਤਨ ਕਰਕੇ ਇੱਕ ਭਗਵੰਤ ਨੂੰ, ਪਰਮੇਸ਼ਵਰ ਨੂੰ ਸਿਮਰਿਆ ਕਰ। ਸਾਹਿਬ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋੜ ਜੋਗ। ਅਗਲਾ ਬਚਨ, ਵਿੱਚ ਨਾ ਕੋਈ ਖਿਨ ਮੈਂ ਕੌੜੇ ਹੋਏ ਗਏ। ਜਦੋਂ ਰੱਬ ਭੁੱਲਿਆ ਫਿਰ ਖਿਨ ਮੈਂ ਕੌੜੇ ਹੋਏ ਗਏ। ਖਿਨ ਮਾਤਰ ਵਿੱਚ
सारे जेड़े अपने सन बेगाने बन गए, मिठे सन कौड़े हो गए। जेड़े कहंदे सन तेरे नाल रहांगे, बस जदों दुखां दा पहाड़ गिरिया, कह लगे खिन मैं कौड़े होए गए, जितड़े माया भोग। माया दे भोग जिन्ने बंदे ने माणदा सी, सारे कौड़े दे कौड़े हो गए। की कीमत भला उन्हां दी? साहब ने बचन कीता, सुंदर सेज अनेक रस। सुंदर सेज रस भोगन पूरे, गृह मंदर चंदन सुगंध लाए मोती हीरे। मन इच्छे रंग माणदा, किछ नहीं विसूरे। बिन हर नाम ना शांत होए, कित बिद मन धीरे। किवें शांति आवे? कौतुक कोड तमाशियां, चित ना आवस नाओ। नानक कोड़ी नरक बराबरे, उजड़ सोई थाओ। कह लगे नाम चेते नहीं आया, वाहिगुरु चेते नहीं आया, सब कुछ कौड़ा हो गया। साहब ने वचन कीता, हजूर कहंदे ने नदियां होए तेनवा। तेन कहंदे ने गां नूं। जिन्नियां वाहिगुरु जी तेरी कुदरत विच, तेरी इस धरती ते नदियां वहिंदियां ने, गंगा जमुना गोदावरी सरस्वती और होर जड़ियां पहाड़ां विच नदियां, चश्मियां तो बाद नदियां बन के वहिंदियां ने, वो पानी दियां नदियां नहीं, वो दुध दियां भर के वगन लग पैण। नदियां होवें तेनवा, सुम होवे दुध घीओ। सोमे, सुम दा मतलब है सोमे, सोमे दा मतलब है चश्मे। चश्मे जिन्ने पहाड़ां तो फुटदे ने, वो दुध घिओ दे बन जाण। उन्हां विचों पानी फुटण दी बजाए मक्खण फुटे, घिओ फुटे। नदियां होवें तेनवा, सुम होवे दुध घीओ। सगली धरती शक्कर होवे, सारी धरती शक्कर बन जाए। ते पुराने समयां विच जदों किसे घर प्राहुणा आउणा, अज ते भावें गुरु के सवारो 36 प्रकार दे भोजन सब्जियां खवा दिओ, किसे नूं पनीर ना खवाओ, कहंदे आनंद नहीं आया। हुंदा सारा सिंथेटिक पनीर है, जाके भावें कई दिन इलाज कराना पवे। ते पुराने समयां विच इह नहीं सी हुंदा। पुराने समयां विच किसे ने वांडे जाना, रिश्तेदार दे जाना, भावें जिन्नियां मर्जी सब्जियां किसे रख देनियां, पर जे किसे ने शक्कर विच घिओ ना पाना ते कहंदे प्रशादा छकण दा आनंद नहीं आया। कोई सेवा नहीं की उन्हें, शक्कर च घिओ ही नहीं पाया। ये पुरानी पेंडू सभ्यता दा एक अंग सी। मेरे गरीब नवाज पातशाह कहंदे ने, मेरे मालका सारी धरती शक्कर होवे, चश्मे बन जाण घिओ दे। सुम होवे दुध घीओ, सकली धरती शक्कर होवे। खुशी करे नित जियो, ते बना बना के पा के शक्कर घिओ विच ओदे आनंद माणे जाण, रोज छकी जाए, मन खुशियां करे। खुशी करे नित जियो, पव पर्वत सोना रूपा होवे। जिन्ने पर्वत ने, हिमालय पर्वत, माउंट एवरेस्ट दी चोटी, होर जिन्नियां भी पर्वत ने, कैलाश पर्वत, ये सारे पर्वत जेड़े ने सोने ते चांदी दे बन जान। पर्वत सोना रूपा होवे, रूपा कहंदे ने चांदी नूं। हीरे लाल जड़ाओ, इत्थे बस नहीं, इन्हां सोने चांदी दे पर्वतां दे हीरियां दी जड़त होवे। ते इस सारे कासे दा मालक मैं होवां। ध्यान देना, सिद्धांत जो दे रहे ने,
परबत सोई ना रूपा होवे हीरे लाल जड़ाओ। ते जे तू मैनू एदा मालक बना के आखे भी इस सारी समगरी दा जां लै लै ते जां तू रब मेरा सिमरन लै लै ते प्रभु मैं एदी मेरी नज़र विच इसे सारे कासे दी कोई कीमत नहीं। मैं दोए हथ जोड़ के बेनती करांगा मैनू भुखा रख दें पर मैनू अपने नाम तो ना तोड़ी। मैं सादे सूदे कपड़ियां विच जिंदगी गुजार लांगा, मैं रुखा मिसा प्रसादा छक के टाइम लंघा लांगा पर मैनू सिमरन तो दूर ना करी। जे सिमरन तो दूर कीता तो इथों दे खादे खोए सिमरन तो टुट के माल पूड़े जो अगे उसका भुगतान करना पएगा, उहदा फिर की बनेगा। बाबा फरीद कहंदे ने फरीदा रोटी मेरी काठ की लावण मेरी भुख, जिन्ना खादी चौपड़ी घड़े सहणगे दुख। ਇਹਦਾ मतलब ये नहीं कि बाबा फरीद चौपड़ियां रोटियां दे कोई विरोधी खान जाओ खान नहीं देना चाहते, नहीं गुरु सवारियो। वो कह लगे जे इस सारे कासे विच चौपड़ियां रोटियां विच सिमरन भुल गया तो फिर ये दुखां दा कारण ही है। नाम भुल गया, इन्हां पदार्थां विच रुल गया, इदू वड्डा होर दुख की है। बेनती कर रहा सा परबत सोई ना रूपा होवे हीरे लाल जड़ाओ। कहंदे पी तू है सालाहाना आखण लह ना चाओ। मैं ते तेनू ही सिमरना है, मेरा ते चाह तेरे सिमरन विच ही पिया है। मैनू मेरा ते शौक तेरे सिमरन नाल ही है। मैं की करने ये पदार्थ, तेरा सिमरन करके बड़ा आनंद मिलता है, बड़ी शांति मिलती है, बड़ा टिकाव मिलता है, बड़ा रस मिलता है। तो इस करके सानू भी बेनती करनी चाहिए सबना जियां का एक दाता, सबना जियां का एक दाता, सबना सो मैं विस न जाई, सबना जियां का एक दाता, सबना जियां का एक दाता। हजूर कहते ने बिच न कोई कर सकै किस थैं रोवै रोज। जदों भुल गया फिर तेरे दुखां नूं हुण कौन तेरा विचोला बन के दूर करे। इस रोण कुरलाउण दा फिर की फायदा जे रब तो टुट गया। फिर साहब ने बचन कीता कीता किशू ना होवई। कीता होया हुण किसे दा कुछ नहीं करेगा। लिखिया तुर संजोग, जो तेरे तुर तो संजोग लिखिया गया है। मैं अर्ज पहला भी कर दी है, गुरु समर्थ है। संजोग जे पहला भी लिखे ने तुर तो हुण भी लिखदा है, हुण भी कृपा करदा है। तानी श्री गुरु ग्रंथ साहब जी ये सिद्धांत है गुरु साहब जी का। ये बचन जो कहते ने गुरु समर्थ है, तुर दा संजोग जो लिखे है उसी तरह होवेगा। पर गुरु अगे जोदड़ी करया कर, गुरु चरना विच जुड़िया कर। लिखिया तुर संजोग ते कोई ये शंका करे भी नहीं लिखिया जा सकता ते तुसी इतिहास दी एक वो साखी सुन लिया करो या पढ़ लिया करो भी मां सुलखणी पिंड चब्बे दी रहन वाली, उसने बेनती की थी पातशाह ये शरीर एक पुत्र दी मंग करदियां करदियां बुढ़ेपे विच प्रवेश कर रहा है। बुढ़ेपे विच कोई आसरा बन जाए ऐसी दात बख्श दियो।
ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਚਨ ਕਹਿੰਦੇ ਨੇ, ਮਾਂ ਤੇਰੇ ਭਾਗਾਂ ਵਿੱਚ ਨਹੀਂ, ਵਿਧਾਤਾ ਨੇ ਤੇਰੇ ਭਾਗਾਂ ਵਿੱਚ ਨਹੀਂ ਲਿਖਿਆ। ਸਿੱਖ ਨੇ ਮਾਂ ਨੂੰ ਸਮਝਾਇਆ, ਮਾਂ ਅਗਲੇ ਦਿਨ ਸ਼ਿਕਾਰ ਤੇ ਨਿਕਲਣਗੇ, ਮੀਰੀ ਪੀਰੀ ਦੇ ਮਾਲਕ ਨੂੰ ਰੋਕ ਲਵੀਂ। ਤੇ ਜੇ ਅੱਜ ਵੀ ਇਹ ਸ਼ਬਦ ਦੌਰਾਨ ਵੀ ਤੇਰੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਤੈਨੂੰ ਸਿਖਾ ਦੇਣਾ, ਤੂੰ ਜਵਾਬ ਪੁੱਛੀ ਮਾਲਕ ਤੋਂ ਵੀ ਉੱਥੇ ਕੌਣ ਲਿਖਦਾ ਹੈ ਭਾਗ, ਕਿਹੜਾ ਹੈ ਵਿਧਾਤਾ। ਉਹ ਕਹਿਣਗੇ ਗੁਰੂ ਪਰਮੇਸ਼ਵਰ, ਪਰਮੇਸ਼ਵਰ ਲਿਖਦਾ ਹੈ। ਤੇ ਮਾਂ ਤੂੰ ਕਹਿ ਦੇਵੀਂ ਮੇਰੇ ਮਾਲਕਾ, ਉੱਥੇ ਵੀ ਲਿਖਣ ਵਾਲਾ ਤੂੰ ਹੈ, ਇੱਥੇ ਵੀ ਲਿਖਣ ਵਾਲਾ ਤੂੰ ਹੈ, ਉਦੋਂ ਨਹੀਂ ਲਿਖੇ ਤੇ ਹੁਣ ਲਿਖ ਦਿਓ। ਵਿਧਾਤਾ ਨੂੰ ਕੀ ਫਰਕ ਪੈਂਦਾ ਹੈ ਕਿਸ ਧਰਤੀ ਤੇ ਕਿਸ ਥਾਂ ਤੇ ਕਿਸੇ ਨੁਕਰੇ ਜਦੋਂ ਮਰਜ਼ੀ ਲਕੀਰ ਮਾਰ ਦੇਵੇ। ਮਾਂ ਨੂੰ ਇਹ ਸਿੱਖਿਆ ਕੰਮ ਕਰ ਗਈ। ਅਗਲੇ ਦਿਨ ਮਾਂ ਜਾ ਪਿਆਰ ਨਾਲ ਰਸਤੇ ਵਿੱਚ ਖਲੋਤੀ ਤੇ ਇਤਿਹਾਸ ਦੇ ਬੋਲ ਨੇ। ਉਸ ਦਿਨ ਹਜ਼ੂਰ ਨੇ ਚਿੱਟਾ ਦਸਤਾਰਾ ਸਜਾਇਆ ਸੀ। ਸਤਿਗੁਰਾਂ ਦਾ ਦਾੜਾ ਬੜਾ ਦਰਸ਼ਨੀ ਸੀ, ਲੰਮਾ। ਤੇ ਉਸ ਬੀਬੀ ਨੇ ਹਜ਼ੂਰ ਦਾ ਘੋੜਾ ਆਉਂਦਿਆਂ ਵੇਖਿਆ। ਜਾਨੀ ਜਾਣ ਸਤਿਗੁਰੂ ਵੀ ਜਾਣ ਗਏ। ਇਹ ਉਹ ਜਗਿਆਸੂ ਸ਼ਰਧਾਲੂ ਨਹੀਂ ਜਿਹੜੀ ਦੂਰੋਂ ਮੱਥਾ ਟੇਕ ਕੇ ਵਾਪਸ ਮੁੜ ਜਾਏਗੀ। ਅੱਗੇ ਹੋ ਕੇ ਘੋੜੇ ਦੀ ਰਕਾਬ ਨੂੰ ਹੱਥ ਪਾ ਲਿਆ ਮਾਂ ਨੇ। ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਤੇ ਮੱਥਾ ਟੇਕ ਕੇ ਹੱਥ ਜੋੜ ਕੇ ਹਜ਼ੂਰ ਦੇ ਨਿਰਮਲ ਸਰੂਪ ਦਾ ਧਿਆਨ ਧਰ ਕੇ ਸੋਹਣੀ ਦਸਤਾਰ ਪੇਚ ਬਾਈ ਪੇਚ ਬੰਨੀ ਹੈ। ਸੁੰਦਰ ਦਾੜਾ ਬੜੀ ਸ਼ੋਭਾ ਪਾ ਰਿਹਾ ਹੈ। ਹਜ਼ੂਰ ਦੇ ਮੋਟੇ ਮੋਟੇ ਨੈਣ ਨਕਸ਼ ਅਰਸ਼ੀ ਦਾਤਾਂ ਇਸ ਫਾਨੀ ਦੁਨੀਆ ਤੇ ਵੰਡ ਰਹੇ ਹਨ। ਤੇ ਹਜ਼ੂਰ ਦੇ ਸਾਹਮਣੇ ਖਲੋ ਕੇ ਕਹਿਣ ਲੱਗੀ, ਸੋਹਣੀਏ ਦਾੜੀਏ ਚਿੱਟੀਏ ਪੱਗੇ। ਇਤਿਹਾਸਕ ਬੋਲ ਨੇ, ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਅੱਗੇ, ਮੇਰਾ ਨਾਮ ਸੁਲੱਖਣੀ ਮੈਂ ਵਸਦੀਆਂ ਚੱਬੇ। ਕਹਿਣ ਲੱਗੀ ਮੈਂ ਸੁਲੱਖਣੀ ਹਾਂ, ਮੈਂ ਪਿੰਡ ਚੱਬੇ ਮਾਝੇ ਵਿੱਚ ਇੱਕ ਨਗਰ ਹੈ ਉੱਥੇ ਰਹਿਣ ਵਾਲੀ ਹਾਂ। ਮੇਰਾ ਨਾਮ ਸੁਲੱਖਣੀ ਮੈਂ ਵਸਦੀਆਂ ਚੱਬੇ, ਆ ਫਲ ਜਾਂਦੀ ਨੂੰ ਕੋਈ ਫਲ ਲੱਗੇ। ਐ ਗਰੀਬ ਨਵਾਜ਼ ਪਾਤਸ਼ਾਹ, ਇਹ ਮਾਂ ਇਹ ਸਰੀਰ ਆ ਫਲ ਜਾਂਦੀ, ਕੋਈ ਬੱਚਾ ਨਹੀਂ ਹੈ। ਚਾਹਨੀਆਂ ਬੇਨਤੀ ਕਰਦੀਆਂ ਕਿਰਪਾ ਕਰਕੇ ਝੋਲੀ ਭਰ ਦਿਓ ਸੋਡੀ ਸੁਲਤਾਨ ਐ ਗਰੀਬ ਨਵਾਜ਼ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ। ਜਿੰਨਾ ਮਾਮਾ ਘਰ ਪੁੱਤ ਨਹੀਂ ਹੁੰਦਾ, ਤੁਸੀਂ ਇਹ ਉਸ ਵੇਲੇ ਦੀ ਅਵਸਥਾ ਆਪਣੀ ਮਾਂ ਤੋਂ ਜਾਣੀ ਹੀ ਹੋਣੀ ਹੈ। ਤੁਹਾਡੀ ਮਾਤਾ ਨੇ ਵੀ ਬੇਨਤੀਆਂ ਕਰ ਕਰਕੇ ਤੁਹਾਡੀ ਪ੍ਰਾਪਤੀ ਕੀਤੀ। ਕਿਰਪਾ ਕਰੋ। ਹਜ਼ੂਰ ਨੇ ਮਾਂ ਸਾਰਾ ਇੰਤਜ਼ਾਮ ਕਰਕੇ ਲਿਆਈ ਸੀ। ਕਾਗਜ਼ ਹੱਥ ਵਿੱਚ ਸੀ, ਕਲਮ ਹੱਥ ਵਿੱਚ ਸੀ ਤੇ ਕਾਗਜ਼ ਤੇ ਕਲਮ ਅੱਗੇ ਕਰ ਦਿੱਤੀ। ਹਜ਼ੂਰ ਨੇ ਗੁਰੂ ਕੇ ਸਵਾਰਿਓ ਉੱਥੇ ਪਾਇਆ ਤੇ ਇਤਿਹਾਸ ਵਿੱਚ ਤਰ੍ਹਾਂ ਤਰ੍ਹਾਂ ਨਾਲ ਸੁਣਾਉਂਦੇ ਨੇ। ਇੱਕ ਪਾਨ ਲੱਗੇ ਤੇ 7 ਪੈ ਗਿਆ, ਪਰ ਗੁਰੂ ਸਵਾਰਿਓ ਗੁਰੂ ਸਮਰੱਥ ਹੈ। ਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ ਮਾਂ ਦੀ ਜੋਦੜੀ ਤੋਂ, ਉਹਦੇ ਭਾਗਾਂ ਵਿੱਚ ਇੱਕ ਨਹੀਂ ਸੀ ਤੇ ਆਪਣੀ ਰਹਿਮਤ ਦੀ ਬਦੌਲਤ ਉਹਨਾਂ ਨੇ ਅੱਜ ਭਾਗਾਂ ਵਿੱਚ 7 ਲਿਖ ਦਿੱਤੇ। ਇਹ ਦਾਤ ਉਹਨੂੰ ਮਿਲ ਗਈ, ਬਦਲ ਦਿੱਤੀਆਂ ਸਾਰੀਆਂ ਰੇਖਾਵਾਂ, ਤਬਦੀਲ ਕਰ ਦਿੱਤਾ ਜੋ ਕੁਝ ਉਹ ਲੈ ਕੇ ਆਈ ਸੀ ਭਾਗਾਂ ਵਿੱਚ।
ਤੇ ਗੁਰੂ ਵਿੱਚ ਤਾਂ ਇਹ ਸਮਰੱਥਾ ਹੈ। ਸਾਹਿਬ ਨੇ ਅਗਲਾ ਬਚਨ ਕੀਤਾ, ਵੱਡ ਭਾਗੀ ਮੇਰਾ ਪ੍ਰਭ ਮਿਲੈ। ਜੇ ਵੱਡੇ ਭਾਗਾਂ ਨਾਲ ਮੇਰਾ ਪ੍ਰਭੂ ਮਿਲ ਜਾਏ ਤਾਂ ਉਤਰੇ ਸਭ ਵਿਯੋਗ। ਸਾਹਿਬ ਕਹਿੰਦੇ ਸਾਰੇ ਵਿਯੋਗ ਰੋਣੇ ਧੋਣੇ ਆਪਣੇ ਆਪ ਉਤਰ ਜਾਂਦੇ ਨੇ। ਰੱਬ ਮਿਲ ਜਾਏ ਸਾਰੇ ਰੋਣੇ ਧੋਣੇ ਮਿਲ ਜਾਂਦੇ ਨੇ। ਤੁਸੀਂ ਕਿਸੇ ਪੂਰਨ ਸੰਤ ਮਹਾਪੁਰਸ਼ ਦੇ ਦਰਸ਼ਨ ਕਰੋ, ਸਦਾ ਹੀ ਵਿਗਾਸ ਵਿੱਚ ਹੈ। ਆਪਾਂ ਬਚਨ ਵੀ ਪੜ੍ਹਦੇ ਹਾਂ ਸਾਹਿਬ ਦਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਹਰ ਵੇਲੇ ਖੇੜਾ ਹੈ। ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਬਚਨ ਕੀਤਾ, ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਅੱਗੇ ਬੇਨਤੀ ਕੀਤੀ, ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਐ ਪ੍ਰਭੂ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ, ਤੂੰ ਮੈਨੂੰ ਰੱਖ ਲੈ। ਬੰਧਨਾਂ ਨੂੰ ਕੱਟਣ ਵਾਲਿਓ, ਗੁਰੂ ਸਮਰੱਥ ਨੇ। ਗੱਲ ਆਪਣੇ ਤੇ ਕਰਦੇ ਪਰ ਗੱਲ ਸਾਡੀ ਕਰਦੇ ਨੇ। ਇਹ ਬੇਨਤੀ ਕਰਨੀ ਚਾਹੀਦੀ ਹੈ, ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਐ ਮੇਰੇ ਸਾਹਿਬ ਬੰਧਨਾਂ ਨੂੰ ਕੱਟਣ ਵਾਲੇ, ਬੰਧਨਾਂ ਨੂੰ ਦੂਰ ਕਰਨ ਵਾਲੇ ਪਰਮੇਸ਼ਵਰ ਜੀਓ, ਮੈਨੂੰ ਰੱਖ ਲਓ, ਮੇਰੇ ਤੇ ਕਿਰਪਾ ਕਰੋ। ਮੇਰੀ ਤੁਹਾਡੇ ਦਰ ਤੇ ਅਰਜ਼ ਹੈ, ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਅੰਤਲਾ ਬਚਨ ਕਰਦੇ, ਕਤਕ ਹੋਵੈ ਸਾਧ ਸੰਗ, ਬਿਨ ਸੈ ਸਭੇ ਸੋਚ। ਸਾਹਿਬ ਕਹਿਣ ਲੱਗੇ, ਜੇ ਤੂੰ ਕਿਧਰੇ ਸਾਧ ਸੰਗਤ ਵਿੱਚ ਬੈਠ ਜਾਏ ਕਰੇ, ਸਮਾਂ ਕੱਢ ਲੈ ਕਰੇ ਸੰਗਤ ਵਿੱਚ ਬੈਠਣ ਲਈ, ਤੇਰੇ ਤੇ ਕਿਰਪਾ ਹੋ ਜਾਏਗੀ। ਬੈਠਣ ਲਈ ਬਖਸ਼ਿਸ਼ ਤੇਰੇ ਤੇ ਹੋਏਗੀ। ਕਦੀ ਸਿਮਰਨ ਕਰਕੇ ਤਾਂ ਵੇਖ, ਬੜੀ ਜਲਦੀ ਜਲਦੀ ਆਉਣਾ ਹੈ। ਹੁਣ ਤਾਂ ਮੋਬਾਇਲ ਤੇਰਾ ਜੇਬ ਵਿੱਚ ਵੱਜਦਾ ਰਹਿੰਦਾ ਹੈ। ਬੜਾ ਵਕਤ, ਬੜਾ ਬੇਸ਼ਕੀਮਤੀ ਵਕਤ, ਪਸਾਂ 5 ਕੁ ਮਿੰਟ ਕੱਢਦਾ, ਉਹ ਵੀ 3 ਕੁ ਮਿੰਟ ਮੋਬਾਇਲ ਬੰਦ ਬੁੰਦ ਕਰਨ ਲੱਗਿਆਂ ਲੱਗ ਜਾਂਦੇ ਨੇ। ਬੜੀ ਜਲਦੀ ਨਾਲ ਚਲਾ ਜਾਣਾ ਮੱਥਾ ਟੇਕ ਕੇ, ਪਰ ਹਜ਼ੂਰ ਕਹਿੰਦੇ ਨਹੀਂ, ਬੈਠ, ਪਿਆਰ ਨਾਲ ਬੈਠ, ਕਦੀ ਗੁਰੂ ਦੀ ਗੱਲ ਸੁਣ। ਵਕਤ ਕੱਢਿਆ, ਦੇਖੀ ਕਿੰਨਾ ਤੈਨੂੰ ਗੁਰੂ ਰੰਗ ਲਾਂਦਾ। ਕਤਕ ਹੋਵੈ ਸਾਧ ਸੰਗ, ਬਿਨ ਸੈ ਸਭੇ ਸੋਚ। ਸਾਰਿਆਂ ਤੇ ਪਰਮੇਸ਼ਵਰ ਜੀ ਕਿਰਪਾ ਕਰਨ, ਸਾਰੇ ਗੁਰੂ ਚਰਨਾਂ ਵਿੱਚ ਜੁੜ ਬੈਠੀਏ ਔਰ ਇਹ ਜੀਵਨ ਸਫਲਾ ਹੋਵੇ। ਐਸੀ ਅਰਦਾਸ ਗੁਰੂ ਚਰਨਾਂ ਵਿੱਚ ਕਰਿਆ ਕਰੋ। ਤੇ ਇਹ ਉੱਚੀ ਆਵਾਜ਼ ਨਾਲ ਇਹ ਪੰਕਤੀ ਪੜੋ, ਸਭਨਾ ਜੀਆਂ ਕਾ ਇੱਕ ਦਾਤਾ, 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 ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸਾਰੇ ਆਓ ਸਿਮਰਨ ਨਾਲ 2-4 ਮਿੰਟ ਜੁੜੀਏ, ਫਿਰ ਸਮਾਪਤੀ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ